ਜਿਹੜਾ ਤੁਸੀਂ ਤੁਹਾਡੀ ਭਾਸ਼ਾ ਦੇ ਵਿੱਚ ਘੋੜਾ ਕਹਿੰਦੇ ਵੱਡੇ ਟਰੱਕ ਨੂੰ ਕਿ ਘੋੜੇ ਚੱਲਦੇ ਆ, ਉਹ ਅੱਜ ਟਰਾਂਸਪੋਰਟਰ ਕਿਹੜੀ ਗੱਲੋਂ ਦੁਖੀ ਹੈ? ਕੀ ਕਾਰਨ ਪੈਦਾ ਹੋਏ? ਅਸੀਂ ਸਾਰੇ ਕਾਰਨਾਂ ਬਾਰੇ ਜਾਣਕਾਰੀ ਲਵਾਂਗੇ ਕਿ ਕਿਉਂ ਅੱਜ ਘਾਟੇ ਦਾ ਸੌਦਾ ਸਾਬਤ ਹੋਇਆ। ਸਭ ਤੋਂ ਵੱਡਾ ਕਾਰਨ ਇਹ ਆ ਵੀ ਸਾਡੀ ਕੋਈ ਸ਼ਹਿਰ ਲੈਵਲ, ਪੰਜਾਬ ਲੈਵਲ ਜਾਂ ਇੰਡੀਆ ਲੈਵਲ ਤੇ ਕੋਈ ਇਹੋ ਜਿਹੀ ਸੰਸਥਾ ਨਹੀਂ ਜਿਹੜੀ ਸਾਡੇ ਨਾਲ ਖੜ ਸਕੇ, ਸਾਡੀਆਂ ਜਿਹੜੀਆਂ ਨਿੱਕੀਆਂ ਪਰੇਸ਼ਾਨੀਆਂ ਉਹਨਾਂ ਨੂੰ ਵਿਚਾਰ ਸਕੇ। ਤੀਜਾ ਜਿਹੜਾ ਸਭ ਤੋਂ ਵੱਡਾ ਕਾਰਨ ਉਹ ਇਹ ਆ ਜੀ ਵੀ ਰੇਲਵੇ ਦਾ, ਮਾਲ ਗੱਡੀਆਂ ਦਾ ਇੰਨਾ ਕੰਪੀਟੀਸ਼ਨ ਹੋ ਗਿਆ ਸਾਡੇ ਧੰਦੇ ਦੇ ਨਾਲ ਵੀ ਜਿਹੜੇ ਰੇਟ 'ਚ ਉਹ ਮਾਲ ਭੁਗਤਾ ਸਕਦੇ ਆ, ਸਾਡਾ ਖਰਚਾ ਵੀ ਪੂਰਾ ਨਹੀਂ ਹੁੰਦਾ ਜੀ ਉਹਦੇ 'ਚ। ਮੈਂ ਸੋਚਦਾ ਵੀ ਮੇਰੇ ਨਾਲ ਦੇ ਨੂੰ ਨਾ ਪਤਾ ਲੱਗ ਜੇ ਵੀ ਮੇਰੀ ਗੱਡੀ ਫੇਲ ਆ, ਮੈਂ ਪੱਲਿਓਂ ਪੈਸੇ ਪਾ ਕੇ ਚਲਾਈ ਜਾਂਦਾ। ਇਹ 'ਚ ਕੋਈ ਆਪਦੇ ਪਰਿਵਾਰ ਦੇ ਗਹਿਣੇ ਵੇਚੇ, ਕੋਈ ਆਪਦੀ ਜ਼ਮੀਨ ਵੇਚੇ, ਕੋਈ ਕਿਸੇ ਤੋਂ ਵਿਆਜੂ ਫੜੇ, ਕੋਈ ਲਿਮਟ ਬਣਾਵੇ, ਇਹਨਾਂ ਹਾਲਾਤਾਂ 'ਚ ਗੱਡੀਆਂ ਅੱਜ ਦੀਆਂ ਨਹੀਂ, ਤਕਰੀਬਨ 3-4 ਸਾਲ ਦਾ ਤਾਂ ਬਹੁਤ ਹੀ ਬੁਰਾ ਹਾਲ ਆ ਜੀ। ਸ਼ਹਿਰ ਪੱਧਰ ਦੇ ਉੱਤੇ ਯੂਨੀਅਨਾਂ ਬਣੀਆਂ ਹੁੰਦੀਆਂ, ਟਰੱਕ ਯੂਨੀਅਨ ਬਣੀਆਂ ਹੁੰਦੀਆਂ, ਉਹ ਯੂਨੀਅਨ ਦੇ ਵਿੱਚ ਫਿਰ ਤੁਸੀਂ ਇਕੱਠੇ ਹੋ ਕੇ ਫੈਸਲਾ ਕਿਉਂ ਨਹੀਂ ਲੈਂਦੇ ਕਿ ਆਹ ਰੇਟ ਸਾਡਾ ਚੱਲੂਗਾ, ਇਸ ਤਰੀਕੇ ਨਾਲ ਕੰਮ ਹੋਊਗਾ? ਉਹ ਯੂਨੀਅਨਾਂ ਫਿਰ ਕਿ ਫੈਸਲਾ ਕਿਉਂ ਨਹੀਂ ਲੈਂਦੇ? ਕਾਂਗਰਸ ਸਰਕਾਰ ਆਈ ਆ, ਕੈਪਟਨ ਸਰਕਾਰ, ਉਹਨੇ ਪੂਰੇ ਪੰਜਾਬ ਦੀਆਂ ਯੂਨੀਅਨਾਂ ਭੰਗ ਕਰਤੀਆਂ ਸੀ। ਯੂਨੀਅਨਾਂ ਜਦੋਂ ਭੰਗ ਕੀਤੀਆਂ, ਯੂਨੀਅਨ ਭੰਗ ਕਰਨ ਤੋਂ ਪਹਿਲਾਂ ਸਾਰਾ ਹੀ ਜਿੰਨਾ ਵੀ ਟਰਾਂਸਪੋਰਟ ਦਾ ਧੰਦਾ ਸੀ ਵਿਖੜ ਗਿਆ। ਅੱਜ ਅਸੀਂ ਇੱਥੋਂ ਤੱਕ ਨੀਚੇ ਚਲੇ ਗਏ ਹਾਂ, ਮਰਨ ਦੀ ਕਗਾਰ ਤੇ ਚਲੇ ਗਏ ਹਾਂ। ਸਾਡੇ ਕੋਈ ਵੀ ਸਾਡੇ ਹਾਲਾਤ ਨਹੀਂ ਗਏ। ਅੱਜ ਜੋ ਅਸੀਂ ਰੇਟ ਮੰਗ ਰਹੇ ਆ, ਉਹ ਰੇਟ ਲੈ ਕੇ ਵੀ ਸਾਨੂੰ ਇੱਥੋਂ 1100 ਕਿਲੋਮੀਟਰ ਜਾ ਕੇ ਰੁਪਈਆ 5-7 ਹਜ਼ਾਰ ਹੀ ਬਚਣਾ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕਵਾਈ ਟੀਵੀ ਤੇ ਮੈਂ ਮਨਿੰਦਰਜੀਤ ਸਿੱਧੂ। ਜਿਵੇਂ ਕਿ ਅਸੀਂ ਦੇਖਦੇ ਹਾਂ ਪਿਛਲੇ ਲਗਭਗ 7 ਸਾਲਾਂ ਤੋਂ, ਜਦੋਂ ਤੋਂ ਕੇਂਦਰ ਦੇ ਵਿੱਚ ਬੀਜੇਪੀ ਦੀ ਸਰਕਾਰ ਆਈ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਆਈ ਹੈ, ਤਾਂ ਸਮੇਂ-ਸਮੇਂ ਤੇ ਵੱਖ-ਵੱਖ ਵਰਗ ਆਪਣੇ ਕਾਰੋਬਾਰਾਂ ਦੇ ਫੇਲ ਹੋਣ ਦੀ ਦੁਹਾਈ ਪਾ ਰਹੇ ਹੈ। ਜੇਕਰ ਅਸੀਂ ਕੋਈ ਵੀ ਵਰਗ ਟੋਲੀਏ, ਸਾਰਿਆਂ ਦੇ ਵਿੱਚ ਅੱਜ ਦੇਖਣਾ ਹੋਵੇ ਤਾਂ ਪਹਿਲਾਂ ਨਾਲੋਂ ਉਹਨਾਂ ਦੇ ਕਾਰੋਬਾਰ ਅੱਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਤਾਂ ਇਸੇ ਤਰ੍ਹਾਂ ਦੇ ਚੱਲਦਿਆਂ ਟਰਾਂਸਪੋਰਟ ਦਾ ਕਾਰੋਬਾਰ ਵੀ ਵੱਡੇ ਪੱਧਰ ਦੇ ਉੱਤੇ ਪ੍ਰਭਾਵਿਤ ਹੋਇਆ, ਜਿਸ ਦੇ ਕਰਕੇ ਅੱਜ ਬਾਘਾ ਪੁਰਾਣਾ, ਮੋਗਾ ਦੇ ਬਾਘਾ ਪੁਰਾਣਾ ਵਿੱਚ ਵੱਡੇ ਪੱਧਰ ਦੇ ਉੱਤੇ ਟਰੱਕ ਆਪਰੇਟਰ ਅਤੇ ਟਰਾਂਸਪੋਰਟਰ ਇਕੱਠੇ ਹੋਏ ਆ। ਤਾਂ ਉਹਨਾਂ ਦਾ ਕੀ ਕਹਿਣਾ ਹੈ, ਕੀ ਉਹਨਾਂ ਦੀਆਂ ਸਮੱਸਿਆਵਾਂ ਹੈ, ਕਿਵੇਂ ਉਹਨਾਂ ਦੇ ਕਾਰੋਬਾਰ ਅੱਜ ਫੇਲ ਹੋਣ ਕਿਨਾਰੇ ਹੈ, ਇਸ ਸੰਬੰਧੀ ਗੱਲਬਾਤ ਕਰਾਂਗੇ। ਸਾਡੇ ਨਾਲ ਸੁਖਵਿੰਦਰ ਸਿੰਘ ਨੇ ਜੋ ਕਿ ਟਰਾਂਸਪੋਰਟਰ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕਿਹੜੇ ਮੁੱਦੇ ਤੇ ਅੱਜ ਤੁਸੀਂ ਸਾਰੇ ਇਕੱਠੇ ਹੋਏ ਹੋ ਜੀ? ਮੁੱਦਾ ਜੀ, ਪਹਿਲਾਂ ਤਾਂ ਸਾਨੂੰ ਕਿਤੋਂ ਦਾ ਵੀ ਸਹੀ ਰੇਟ ਨਹੀਂ ਮਿਲਦਾ ਜੀ। ਜਿਹੜੇ ਹਿਸਾਬ ਨਾਲ ਅੱਜ ਖਰਚੇ ਵੱਧ ਚੁੱਕੇ ਆ, ਹਰ ਡੀਜ਼ਲ, ਟੋਲ ਟੈਕਸ, ਹੋਰ ਆਪਣੇ ਰੋਡ ਟੈਕਸ, ਉਹਦੇ ਮੁਤਾਬਕ ਸਾਨੂੰ ਕੋਈ ਵੀ ਭਾੜਾ ਨਹੀਂ ਮਿਲਦਾ ਹੈਗਾ। ਤੇ ਬਾਕੀ ਹਰ ਥਾਂ ਲੁੱਟ ਹੁੰਦੀ ਹੈ ਜੀ। ਕਿਤੇ ਗੱਡੀਆਂ ਜਾ ਕੇ ਖੜ੍ਹਦੀਆਂ, ਮੰਨ ਲਓ 5 ਦਿਨ ਖਾਲੀ ਹੋਣ ਪਿੱਛੇ ਖੜ੍ਹ ਜਾਂਦੀਆਂ, ਕੋਈ ਸਾਨੂੰ ਉਹਦਾ ਖੜ੍ਹਨ ਦਾ ਖਰਚਾ ਨਹੀਂ ਮਿਲਦਾ। ਜੇ ਸਾਨੂੰ ਐਡਵਾਂਸ 'ਚ ਕੋਈ 20-30 ਹਜ਼ਾਰ ਦੀ ਲੋੜ ਆ ਜੀ, ਉਹਦੇ ਪਿੱਛੇ ਸਾਤੋਂ 5% ਕੱਟਿਆ ਜਾਂਦਾ, ਜਿਹੜਾ ਵਿਆਜ ਤੋਂ ਵੀ ਕਿਤੇ ਉੱਤੋਂ ਦੀ ਹੈ ਜੀ। ਬਾਕੀ ਹੋਰ ਹਰ ਖੇਤਰ 'ਚ ਸਾਡੀ ਲੁੱਟ ਹੁੰਦੀ ਹੈ ਜੀ ਇਹ ਕੰਮ ਦੇ ਵਿੱਚ। RTO DTO ਕਾਗਜ਼ਾਂ ਪੱਤਰਾਂ ਦੇ ਨਾਂ 'ਤੇ। ਸਭ ਤੋਂ ਵੱਡੀ ਗੱਲ, ਜਦੋਂ ਕਰੋਨਾ ਕਾਲ ਦੇ ਵਿੱਚ ਸਰਕਾਰ ਨੇ ਸਾਨੂੰ ਮੋਡੀਟੋਰੀਅਮ ਦਿੱਤਾ 6 ਮਹੀਨਿਆਂ ਦਾ। ਸਰਕਾਰ ਨੇ ਆਪ ਸਾਡੇ ਕਾਰੋਬਾਰ ਬੰਦ ਕੀਤੇ। ਉਦੋਂ ਬਾਅਦ 'ਚ ਸਾਨੂੰ ਮੋਡੀਟੋਰੀਅਮ ਦਾ ਨਾਂ 'ਤੇ ਕਿਸ਼ਤਾਂ ਅੱਗੇ ਕਰਨ ਦਾ ਟਾਈਮ ਦਿੱਤਾ। ਉਹਦੇ 'ਚ ਸਾਨੂੰ ਉਦੋਂ ਨਹੀਂ ਖੁੱਲ੍ਹ ਕੇ ਕੁਛ ਦੱਸਿਆ ਗਿਆ ਵੀ ਤੁਹਾਨੂੰ ਕੀ ਵਿਆਜ ਪੈਣਾ, ਕੀ ਹੋਣਾ, ਕੀ ਨਹੀਂ ਹੋਣਾ। 6 ਮਹੀਨਿਆਂ ਬਾਅਦ ਸਾਨੂੰ ਪਤਾ ਲੱਗਦਾ ਵੀ ਜੋ ਸਾਨੂੰ ਵੈਸੇ ਨੁਕਸਾਨ ਨਹੀਂ ਹੋਣਾ ਸੀ, ਅਸੀਂ ਵਿਆਜੂ ਪੈਸੇ ਚੱਕ ਕੇ ਵੀ ਕਿਤੋਂ ਭਰ ਦਿੰਦੇ ਤਾਂ ਸਾਡਾ ਉਹ ਨੁਕਸਾਨ ਨਹੀਂ ਹੋਣਾ ਸੀ ਜਿੰਨਾ ਸਾਨੂੰ ਵਿਆਜ ਉਹਨਾਂ ਨੇ ਲਾਇਆ। ਉਹ ਵੀ ਸਾਨੂੰ ਕੋਈ ਸਹੂਲਤ ਦੇ ਤੌਰ 'ਤੇ ਨਹੀਂ ਮਿਲਿਆ ਗਾ, ਉਲਟਾ ਸਾਡੀ ਲੁੱਟ ਹੋਈ ਹੈ ਜੀ ਉਹਦੇ 'ਚ ਵੀ। ਹਾਂਜੀ, ਕੀ ਲੱਗ ਰਿਹਾ ਵੀ ਕਿਉਂ ਜਿਹੜਾ ਇਹ ਸਭ ਕੁਝ ਘਾਟੇ ਦੇ ਵਿੱਚ? ਕਿਤੇ ਤਾਂ ਟਰਾਂਸਪੋਰਟਰ ਦਾ ਨਾਂ ਹੁੰਦਾ ਸੀ ਕਿ ਫਲਾਨਾ ਬੰਦਾ ਟਰਾਂਸਪੋਰਟਰ ਆ, ਉਹਦੇ ਟਰੱਕ ਚੱਲਦੇ ਆ, ਜਿਹੜਾ ਤੁਸੀਂ ਤੁਹਾਡੀ ਭਾਸ਼ਾ ਦੇ ਵਿੱਚ ਘੋੜਾ ਕਹਿੰਦੇ ਆ ਵੱਡੇ ਟਰੱਕ ਨੂੰ ਕਿ ਘੋੜੇ ਚੱਲਦੇ ਆ। ਉਹ ਅੱਜ ਟਰਾਂਸਪੋਰਟਰ ਕਿਹੜੀ ਗੱਲੋਂ ਦੁਖੀ ਹੈ? ਕੀ ਕਾਰਨ ਪੈਦਾ ਹੋਏ? ਅਸੀਂ ਸਾਰੇ ਕਾਰਨਾਂ ਬਾਰੇ ਜਾਣਕਾਰੀ ਲਵਾਂਗੇ ਕਿ ਕਿਉਂ ਅੱਜ ਘਾਟੇ ਦਾ ਸੌਦਾ ਸਾਬਤ ਹੋ ਰਹੀ ਹੈ। ਸਭ ਤੋਂ ਵੱਡਾ ਜਿਹੜਾ ਕਾਰਨ ਹੈ ਜੀ, ਉਹ ਤਾਂ ਇਹੀ ਆ ਵੀ ਸਾਡਾ ਆਪਸ 'ਚ ਏਕਾ ਹੈ ਨਹੀਂ ਗਾ ਜੀ। ਠੀਕ ਹੈ। ਸਭ ਤੋਂ ਵੱਡਾ ਕਾਰਨ ਇਹ ਆ ਵੀ ਸਾਡੀ ਕੋਈ ਸ਼ਹਿਰ ਲੈਵਲ, ਪੰਜਾਬ ਲੈਵਲ ਜਾਂ ਇੰਡੀਆ ਲੈਵਲ ਤੇ ਕੋਈ ਇਹੋ ਜਿਹੀ ਸੰਸਥਾ ਨਹੀਂ ਜਿਹੜੀ ਸਾਡੇ ਨਾਲ ਖੜ ਸਕੇ, ਸਾਡੀਆਂ ਜਿਹੜੀਆਂ ਨਿੱਕੀਆਂ ਪਰੇਸ਼ਾਨੀਆਂ ਉਹਨਾਂ ਨੂੰ ਵਿਚਾਰ ਸਕੇ। ਦੂਜਾ, ਸਰਕਾਰ ਦਾ ਕੋਈ ਵੀ ਧਿਆਨ ਨਹੀਂ ਜੀ ਇਹ ਕਿੱਤੇ ਵੱਲ।
ਕੋਈ ਵੀ ਧਿਆਨ ਨਹੀਂ। ਤੀਜਾ ਜਿਹੜਾ ਸਭ ਤੋਂ ਵੱਡਾ ਕਾਰਨ ਉਹ ਇਹ ਹੈ ਜੀ ਵੀ ਰੇਲਵੇ ਦਾ ਮਾਲ ਗੱਡੀਆਂ ਦਾ ਇੰਨਾ ਕੰਪੀਟੀਸ਼ਨ ਹੋ ਗਿਆ ਸਾਡੇ ਧੰਦੇ ਦੇ ਨਾਲ ਵੀ ਜਿਹੜੇ ਰੇਟ 'ਚ ਉਹ ਮਾਲ ਭੁਗਤਾ ਸਕਦੇ ਆ, ਸਾਡਾ ਖਰਚਾ ਵੀ ਪੂਰਾ ਨਹੀਂ ਹੁੰਦਾ ਜੀ ਉਹਦੇ 'ਚ। ਤੀਜਾ ਵਪਾਰੀਆਂ ਦੀ ਜਿਹੜੀ ਜ਼ਬਾਨ ਹੈ ਜੀ, ਉਹਦੇ ਸਾਨੂੰ ਕੁਛ ਨਹੀਂ ਬਚਦਾ, ਅਸੀਂ ਭਾੜੇ ਕਿੱਥੋਂ ਦਈਏ। ਉਹ ਵੱਧਦੀ ਮਹਿੰਗਾਈ। ਵੈਸੇ ਤਾਂ ਇਹ ਹੈ ਜੀ ਵੀ ਮਹਿੰਗਾਈ ਦਾ ਜੋ ਮਹਿੰਗਾਈ ਡੀਜ਼ਲ ਦੇ ਕਰਕੇ ਵਧਣੀ ਹੈ ਜੀ। ਤੁਸੀਂ ਦੁਕਾਨ ਤੋਂ ਕੋਈ ਸਮਾਨ ਲੈਣ ਜਾਂਦੇ ਆ, ਕੋਈ ਦਾਲ ਲੈਣ ਜਾਓ, ਕੁਛ ਲੈਣ ਜਾਓ, ਵੱਧਦੀ ਡੀਜ਼ਲ ਦੀ ਕੀਮਤ ਦੇ ਨਾਂ ਤੇ ਉਹ ਮਹਿੰਗਾਈ ਤੁਹਾਨੂੰ ਅੱਜ ਲੱਗ ਚੁੱਕੀ ਆ ਵਿੱਚ। ਜਦੋਂ ਤੁਸੀਂ ਕੋਈ ਲੈਣ ਜਾਓਗੇ ਅਗਲਾ ਕਹਿੰਦਾ ਤੇਲ ਵੱਧ ਗਿਆ, ਪਰ ਸਾਨੂੰ ਉਦੋਂ ਦੁੱਖ ਲੱਗਦਾ ਵੀ ਸਾਡਾ ਤਾਂ ਵਧੇ ਹੀ ਕੁਛ ਨਹੀਂ। ਤੇਲ ਵਧੇ ਦਾ ਜਿਹੜਾ ਭਾਰ ਆ ਉਹ ਲੋਕਾਂ ਦੇ ਫਿਰ ਕਿਉਂ ਪਈ ਜਾਂਦਾ ਜਦੋਂ ਸਾਨੂੰ ਕੁਛ ਨਹੀਂ ਮਿਲੇਗਾ ਵਧੇ ਤੇਲ ਦਾ। ਸਾਡੇ ਤਾਂ ਉਲਟੇ ਘਟੇ ਆ। ਜਿਹੜੇ ਭਾੜੇ ਅੱਜ ਆ ਜੀ, ਇਹ ਅੱਜ ਦੇ ਨਹੀਂ, ਅੱਜ ਤੋਂ 10-15 ਸਾਲ ਪਹਿਲਾਂ ਦੇ ਭਾੜੇ ਉਹੀ ਤੁਰੇ ਆਉਂਦੇ ਆ। ਜੋ ਡੀਜ਼ਲ ਵਧਿਆ, ਜੋ ਵਧਿਆ ਉਹ ਸਾਡੇ ਤੇ ਭਾਰ ਪਿਆ ਜੀ ਸਾਰਾ। ਜਦੋਂ ਕੋਈ ਖਰਚਾ ਵੱਧਦਾ ਸਾਡਾ ਕੀ ਭਾੜਾ ਉਦੋਂ ਘਟ ਜਾਂਦਾ, ਉਲਟਾ ਵਧਣ ਦੀ ਥਾਂ ਤੇ ਜੀ। ਇਹ ਕਿਸੇ ਪਾਰਟੀਕੂਲਰ, ਜਿਵੇਂ ਅਸੀਂ ਸ਼ਹਿਰ ਦੀ ਗੱਲ ਕਰ ਲਈਏ, ਕਿਸੇ ਜ਼ਿਲ੍ਹੇ ਦੀ ਗੱਲ ਕਰ ਲਈਏ, ਕਿ ਸਮੁੱਚਾ ਟਰਾਂਸਪੋਰਟਰ, ਜਿਵੇਂ ਅਸੀਂ ਕਹਿ ਲਈਏ ਕਿ ਸਮੁੱਚੇ ਹੀ ਟਰੱਕ ਆਪਰੇਟਰਾਂ ਤੇ ਟਰਾਂਸਪੋਰਟਰਾਂ ਨੂੰ ਘਾਟਾ ਪੈ ਰਿਹਾ ਸਰ? ਨਹੀਂ, ਆਲ ਇੰਡੀਆ ਜੀ, ਆਲ ਇੰਡੀਆ ਦੇ ਵਿੱਚ ਇਹੀ ਹਾਲ ਆ ਜੀ। ਜੇ ਇੱਕ ਪਾਸਿਓਂ ਭਾੜਾ ਸਹੀ ਆ ਤਾਂ ਦੂਜੇ ਪਾਸਿਓਂ ਪੱਲਿਓਂ ਪੈ ਕੇ ਪਹੁੰਚਣਾ ਪੈਣਾ ਜੀ ਤੁਹਾਨੂੰ। ਉਹ ਇਹੋ ਜਿਹਾ ਇਹਨਾਂ ਨੇ ਤਾਲਮੇਲ ਕੀਤਾ ਵਾ ਵੀ ਇੱਕ ਪਾਸਿਓਂ 2 ਪੈਸੇ ਬਚਣਗੇ ਤੇ ਦੂਜੇ ਪਾਸਿਓਂ ਤੁਹਾਡੇ ਵਿੱਚ ਪੈ ਜਾਣਗੇ। ਪਹਿਲਾਂ ਕੋਈ ਨਹੀਂ ਬੋਲਦਾ ਸੀਗਾ ਜੀ, ਅੰਦਰ ਖਾਤੇ ਸਾਰੇ ਇੰਨੇ ਕੁ ਦੁਖੀ ਆ ਜੀ। ਹਰ ਬੰਦਾ ਅੱਜ, ਮੈਂ ਸੋਚਦਾ ਵੀ ਮੇਰੇ ਨਾਲ ਦੇ ਨੂੰ ਨਾ ਪਤਾ ਲੱਗ ਜੇ ਵੀ ਮੇਰੀ ਗੱਡੀ ਫੇਲ ਆ, ਮੈਂ ਪੱਲਿਓਂ ਪੈਸੇ ਪਾ ਕੇ ਚਲਾਈ ਜਾਂਦਾ। ਇਹ ਜੇ ਕੋਈ ਆਪਦੇ ਪਰਿਵਾਰ ਦੇ ਗਹਿਣੇ ਵੇਚੇ, ਕੋਈ ਆਪਦੀ ਜ਼ਮੀਨ ਵੇਚੇ, ਕੋਈ ਕਿਸੇ ਤੋਂ ਵਿਆਜੂ ਫੜੇ, ਕੋਈ ਲਿਮਟ ਬਣਾਵੇ, ਇਹਨਾਂ ਹਾਲਾਤਾਂ 'ਚ ਗੱਡੀਆਂ ਅੱਜ ਦੀਆਂ ਨਹੀਂ, ਤਕਰੀਬਨ 3-4 ਸਾਲ ਦਾ ਤਾਂ ਬਹੁਤ ਹੀ ਬੁਰਾ ਹਾਲ ਆ ਜੀ। ਬਹੁਤ ਗਲਤ ਹਾਲਾਤਾਂ 'ਚ ਗੱਡੀਆਂ ਚਲਾਈ ਜਾਂਦੇ ਆ ਜੀ। ਤਕਰੀਬਨ ਬੰਦੇ ਮਾਨਸਿਕ ਤੌਰ ਤੇ ਪਰੇਸ਼ਾਨ ਆ ਜੀ। ਮਤਲਬ ਇੰਨਾ ਪਿੱਟ ਚੁੱਕਿਆ ਹੁੰਦਾ ਪਿੰਡਾਂ, ਯਾਨੀ ਕਿ ਅਸੀਂ ਕਹੀਏ ਸ਼ਹਿਰ ਪੱਧਰ ਦੇ ਉੱਤੇ ਯੂਨੀਅਨਾਂ ਬਣੀਆਂ ਹੁੰਦੀਆਂ, ਟਰੱਕ ਯੂਨੀਅਨ ਬਣੀਆਂ ਹੁੰਦੀਆਂ। ਉਹ ਯੂਨੀਅਨ ਦੇ ਵਿੱਚ ਫਿਰ ਤੁਸੀਂ ਇਕੱਠੇ ਹੋ ਕੇ ਫੈਸਲਾ ਕਿਉਂ ਨਹੀਂ ਲੈਂਦੇ ਕਿ ਆਹ ਰੇਟ ਸਾਡਾ ਚੱਲੂਗਾ, ਇਸ ਤਰੀਕੇ ਨਾਲ ਕੰਮ ਹੋਊਗਾ? ਉਹ ਯੂਨੀਅਨਾਂ ਫਿਰ ਕੀ ਫੈਸਲਾ ਕਿਉਂ ਨਹੀਂ ਲੈਂਦੀਆਂ? ਯੂਨੀਅਨਾਂ ਦਾ ਫੈਸਲਾ ਬਾਈ ਜੀ, ਜਦੋਂ ਕਾਂਗਰਸ ਸਰਕਾਰ ਆਈ ਆ, ਕੈਪਟਨ ਸਰਕਾਰ, ਉਹਨੇ ਪੂਰੇ ਪੰਜਾਬ ਦੀਆਂ ਯੂਨੀਅਨਾਂ ਭੰਗ ਕਰਤੀਆਂ ਸੀ। ਯੂਨੀਅਨਾਂ ਜਦੋਂ ਭੰਗ ਕੀਤੀਆਂ, ਯੂਨੀਅਨ ਭੰਗ ਕਰਨ ਤੋਂ ਪਹਿਲਾਂ ਸਾਰਾ ਹੀ ਜਿੰਨਾ ਵੀ ਟਰਾਂਸਪੋਰਟ ਦਾ ਧੰਦਾ ਸੀ ਵਿਖੜ ਗਿਆ। ਕੋਈ ਟੈਂਡਰ ਘਟਾ ਕੇ ਪਾਉਣ ਲੱਗ ਗਿਆ, ਕੋਈ ਵਧਾ ਕੇ ਪਾਉਣ ਲੱਗ ਗਿਆ। ਇੱਕ ਸ਼ਹਿਰ ਦੇ ਵਿੱਚ ਸੰਸਥਾ ਘੱਟ ਤੋਂ ਘੱਟ ਵੀ ਕਮੇਟੀਆਂ 4-4 ਬਣ ਗਈਆਂ। 4-4 ਕਮੇਟੀਆਂ ਬਣਨ ਦੇ ਕਾਰਨ ਸਾਰਾ ਧੰਦਾ ਚੌਪਟ ਹੋ ਗਿਆ। ਚੌਪਟ ਹੋਣ ਦੇ ਕਰਕੇ ਕਿਸੇ ਨੂੰ ਕੋਈ ਪੈਸਾ ਬਚਿਆ ਨਹੀਂਗਾ। ਬਚਣ ਕਰਕੇ ਸਾਰਿਆਂ ਦੇ ਸਿਰ ਕਰਜ਼ਾ ਚੜ੍ਹਦਾ ਗਿਆ। ਜਿੰਨੇ ਵੀ ਸਾਡੇ ਰੇਟ ਬਣੇ ਹੋਏ ਸੀਗੇ ਉਹ ਸਾਰੇ ਹੀ ਰੇਟ ਸਾਡੇ ਘਟ ਗਏ। ਜਿਵੇਂ ਕਿ ਫਰਜ਼ ਕਰੋ, ਸਾਡਾ ਦਿੱਲੀ ਦਾ ਰੇਟ ਸੀ 140 ਰੁਪਏ, ਸਾਡੀ ਯੂਨੀਅਨ ਦਾ ਰੇਟ ਸੀ। ਜਦੋਂ ਸਾਡੀਆਂ ਯੂਨੀਅਨਾਂ ਖਤਮ ਹੋ ਗਈਆਂ, ਸਾਡਾ ਰੇਟ 80 ਰੁਪਏ ਰਹਿ ਗਿਆ। ਤੇ ਅਸੀਂ ਕਿੱਥੋਂ ਕਾਮਯਾਬ ਹੋਵਾਂਗੇ? ਅਸੀਂ ਘਾਟੇ 'ਚ ਹੀ ਜਾਵਾਂਗੇ ਨਾ। ਇਸ ਕਰਕੇ ਸਾਨੂੰ ਸਭ ਤੋਂ ਜ਼ਿਆਦਾ ਘਾਟਾ ਉਦੋਂ ਪਿਆ ਜਦੋਂ ਸਾਡੀਆਂ ਪੰਜਾਬ ਦੀਆਂ ਯੂਨੀਅਨਾਂ ਭੰਗ ਹੋਈਆਂ। ਅੱਜ ਅਸੀਂ ਇੱਥੋਂ ਤੱਕ ਨੀਚੇ ਚਲੇ ਗਏ ਹਾਂ, ਮਰਨ ਦੀ ਕਗਾਰ ਤੇ ਚਲੇ ਗਏ ਹਾਂ। ਸਾਡੇ ਕੋਈ ਵੀ ਸਾਡੇ ਹਾਲਾਤ ਨਹੀਂ ਗਏ। ਅਸੀਂ ਘਰ ਦੇ ਇੱਕ ਗੱਡੀ ਵਿੱਚ ਘੱਟ ਤੋਂ ਘੱਟ ਅਸੀਂ ਜੇ ਇੱਕ ਘੋੜਾ ਪਾਉਣੇ ਆ, ਇੱਕ ਘੋੜਾ ਸਾਡਾ 5 ਸਾਲ ਦਾ ਲੋਨ ਹੁੰਦਾ ਹੈ, ਜਿਹੜੀ ਕਿ ਸਾਡੀ 50,000 ਤੋਂ ਲੈ ਕੇ 70,000 ਕਿਸ਼ਤ ਹੁੰਦੀ ਹੈ। ਉਸ 5 ਸਾਲਾਂ ਦੇ ਵਿੱਚ ਸਾਨੂੰ ਬਚਤ ਸਿਰਫ 5 ਲੱਖ ਹੋਣੀ ਹੁੰਦੀ ਆ, 4 ਲੱਖ ਰੁਪਈਆ, ਤੇ ਉਲਟਾ ਸਾਡਾ 10-10 ਲੱਖ ਰੁਪਈਆ ਇੱਕ ਗੱਡੀ ਦੇ ਵਿੱਚ ਪੈ ਚੁੱਕਿਆ। ਜੇ ਸਾਡੇ ਕੋਲ 3 ਨਾਗ ਹੈ, 4 ਨਾਗ ਹੈ, ਅਸੀਂ ਤਾਂ ਆਪਦੀਆਂ ਸਾਰੀਆਂ ਜਾਇਦਾਦਾਂ ਦੇ ਉੱਤੇ ਲੋਨ ਲੈ ਲਿਆ, ਆਪਦੇ ਘਰ ਉੱਤੇ ਲੋਨ ਲੈ ਲਿਆ। ਜੋ ਅਸੀਂ ਗਹਿਣੇ ਗੱਟੇ ਵੇਚ ਲਏ ਉਹ ਵੀ ਅਸੀਂ ਵਿੱਚ ਪਾਤੇ ਆ। ਅਸੀਂ ਅੱਜ ਸਮਾਂ ਜਦੋਂ ਅਸੀਂ ਮਰਨ ਲੱਗੇ ਆ, ਮਰਨ ਦੀ ਕਗਾਰ ਤੇ ਆ ਕੇ ਅਸੀਂ ਅੱਜ ਸਾਰੇ ਹੀ ਇਕੱਠੇ ਹੋਣ ਲੱਗੇ ਆ। ਜਿਵੇਂ ਕਿ ਹੁਣ ਅੰਮ੍ਰਿਤਸਰ ਸਾਹਿਬ, ਤਰਨਤਾਰਨ ਸਾਹਿਬ ਤੇ ਜੀਰਾ, ਮਖੂ, ਆਪ ਸਾਰੇ ਫਰੀਦਕੋਟ, ਕੋਟਕਪੂਰਾ, ਬਾਘਾ ਪੁਰਾਣਾ, ਬਰਨਾਲਾ, ਦੂਜਾ ਰਾਮਪੁਰੇ ਤੋਂ ਸਾਰੇ ਹੀ ਜਿੰਨੇ ਵੀ ਟਰਾਂਸਪੋਰਟ ਆਪਰੇਟਰ ਹੈ ਉਹ ਇਕੱਠੇ ਹੋਏ ਆ। ਪਹਿਲਾਂ ਉਹਨਾਂ ਨੇ ਇਕੱਠ ਕੀਤਾ ਸੀ ਅੰਮ੍ਰਿਤਸਰ ਸਾਹਿਬ, ਫਿਰ ਉਹਨਾਂ ਨੇ ਇਕੱਠ ਕੀਤਾ ਜੀਰੇ, ਉਸ ਤੋਂ ਤੀਜੇ ਥਾਂ ਬਾਈ ਜੀ ਆਇਆ ਬਾਘੇ ਪੁਰਾਣੇ। ਉਹ ਸਾਡਾ ਇਕੱਠ ਕਰਨ ਦਾ ਮਸਤਕ ਇਹ ਨਹੀਂ ਵੀ ਅਸੀਂ ਕਿਸੇ ਨੂੰ ਕੋਈ ਟਾਰਗੇਟ ਕਰਨਾ, ਨਹੀਂ। ਇਕੱਠ ਕਰਨ ਦਾ ਸਾਡਾ ਮਸਤਕ ਇਹ ਆ ਵੀ ਅਸੀਂ ਬਚ ਜਾਈਏ। ਕਿਸੇ ਹਿਸਾਬ ਨਾਲ ਅਸੀਂ ਤੈਅ ਕਰਨਾ ਹੈ ਵੀ ਅਸੀਂ ਬਚ ਜਾਈਏ, ਅਸੀਂ ਜਿਉਂਦਿਆਂ ਦੇ ਵਿੱਚ ਰਹਿ ਜਾਈਏ। ਵੀ ਅਸੀਂ ਕੀ ਦੱਸਾਂਗੇ ਆਪਦੇ ਪੁੱਤ ਪੋਤਿਆਂ ਨੂੰ ਵੀ ਅਸੀਂ ਟਰਾਂਸਪੋਰਟ ਦਾ ਧੰਦਾ ਕਰਦੇ ਸੀਗੇ, ਵੀ ਅੱਜ ਸਾਡੇ ਕੋਲੇ ਕੁਝ ਵੀ ਨਹੀਂ। ਬਾਈ ਜੀ ਮੈਨੂੰ 35 ਸਾਲ ਹੋ ਗਏ ਟਰਾਂਸਪੋਰਟ ਧੰਦੇ ਨਾਲ ਜੁੜੇ ਹੋਏ ਨੂੰ। ਪਹਿਲਾਂ ਮੈਂ ਗੱਡੀ ਆਪ ਚਲਾਈ,
30 ਸਾਲ ਫਿਰ ਟਰਾਂਸਪੋਰਟ ਦਾ ਧੰਦਾ ਕੀਤਾ। ਅੱਜ ਅਸੀਂ ਗੱਡੀ ਕਿਸੇ ਦੀ ਲਾਉਣੇ ਆ ਨਾ, ਉਹ ਸਾਨੂੰ ਇਹ ਕਹਿੰਦਾ ਯਾਰ ਤੂੰ ਮੇਰੀ ਗੱਡੀ ਤਾਂ ਲਾਉਣ ਲੱਗਾ, ਮੈਨੂੰ ਕੁਝ ਬਚੂਗਾ। ਜੇ ਅਸੀਂ ਅੱਜ ਇੱਥੋਂ ਬਾਗੇ ਪੁਰਾਣੇ ਤੋਂ ਭਰ ਕੇ ਮੁੰਦਰੇ ਗੱਡੀ ਜਾਂਦੇ ਆ ਲੈ ਕੇ, ਸਾਨੂੰ 15,000 18,000 ਰੁਪਈਆ ਪੱਲਿਓਂ ਪੈਂਦਾ, ਪੱਲਿਓਂ ਪੈ ਰਿਹਾ ਕਮਾਈ ਦੇ ਥਾਂ ਤੇ। ਦੇਖੋ ਜੇ ਅਸੀਂ ਇਹੋ ਜਿਹਾ ਕਿਤੇ ਦੁਨੀਆ ਤੇ ਕੋਈ ਇਹੋ ਜਿਹਾ ਟਰਾਂਸਪੋਰਟ ਇਹੋ ਜਿਹਾ ਬਿਜ਼ਨਸ ਦੇਖਿਆ ਵੀ ਵਪਾਰੀ ਨੂੰ ਪੱਲਿਓਂ ਪੈਸੇ ਪਾ ਕੇ ਵਪਾਰੀ ਦਾ ਮਾਲ ਬੰਦਰਗਾਹ ਤੇ ਪਹੁੰਚਾਵੇ, ਕਿਤੇ ਵੀ ਸਟੇਟ ਦੇ ਕਿਸੇ ਵੀ ਕੰਟਰੀ ਦੇ ਵਿੱਚ ਐਸਾ ਬਿਜ਼ਨਸ ਨਹੀਂ ਹੋਊਗਾ। ਪਰ ਆਪਣੇ ਹਿੰਦੁਸਤਾਨ ਦੇ ਵਿੱਚ ਇਹ ਬਿਜ਼ਨਸ ਹੈ ਬਈ ਟਰਾਂਸਪੋਰਟਰ ਆਪਣੇ ਪੱਲਿਓਂ ਪੈਸੇ ਪਾ ਕੇ ਬੰਦਰਗਾਹ ਤੇ ਮਾਲ ਪਹੁੰਚਾਉਂਦਾ। ਕਿਉਂ? ਮਜਬੂਰੀ ਕੀ ਆ ਉਹਦੀ? ਮਜਬੂਰੀ ਉਹਦੇ ਕੋਲੇ ਕੋਈ ਹੱਲ ਹੀ ਹੈ ਨਹੀਂਗਾ। ਉਹਦੇ ਕੋਲੇ ਹੱਲ ਹੈ ਚੜੇ ਮਹੀਨੇ ਉਹਦੀ ਕਿਸ਼ਤ ਹੈ, ਕਿਸ਼ਤ ਉਹਨੇ ਦੇਣੀ ਹੁੰਦੀ ਆ, ਮਰਦਾ ਬਸ ਕਿਤੇ ਵਿਆਜੂ ਪੈਸੇ ਫੜ ਲਏ, ਤੇਲ ਉਧਾਰ ਪਵਾ ਲਿਆ, ਉਹ ਤੋਂ ਨਾ ਉਧਾਰ ਪਵਾ ਲਿਆ, ਦੂਜੇ ਪੰਪ ਤੋਂ ਉਧਾਰ ਪਵਾ ਲਿਆ, ਤੀਜੇ ਪੰਪ ਤੋਂ ਉਧਾਰ ਪਵਾ ਲਿਆ। ਸਾਡੇ ਬਾਈ ਜੀ 3 ਪੰਪਾਂ ਦੇ ਖਾਤੇ ਆ, ਅਸੀਂ 15 ਲੱਖ ਰੁਪਈਆ ਪੰਪਾਂ ਦੇ ਖਰਚਾਈ ਹੋਏ ਬੈਠੇ ਆ। ਅੱਜ ਸਾਡਾ ਸਭ ਤੋਂ ਵੱਡਾ ਹਾਲ ਖਤਮ ਹੋਣ ਵਾਲਾ ਹੈ। ਹਾਂ, ਅਸੀਂ ਲਾਸਟ ਟਾਈਮ ਤੇ ਇਹ ਕੱਟ ਕੀਤਾ ਵੀ ਅਸੀਂ ਬਚ ਸਕੇ। ਜਿਹੜਾ ਇੱਕ ਜੇਕਰ ਜਿਹੜਾ ਘੋੜਾ ਟਰਾਲਾ ਜਿਹਨੂੰ ਕਹਿੰਦੇ ਆ, ਉਹ ਖਰੀਦਣਾ ਹੋਵੇ ਨਵਾਂ ਵਿਆਜ ਤੇ, ਉਹ ਕਿੰਨੇ ਦਾ ਪੈਂਦਾ? ਪਹਿਲਾਂ ਉਹ ਜਿਹੜੀ ਅੱਜ ਤੋਂ ਜੇ ਅਸੀਂ ਤੁਸੀਂ ਟਰੱਕ ਯੂਨੀਅਨ ਭੰਗ ਹੋਣ ਤੋਂ ਪਹਿਲਾਂ ਦੀ ਗੱਲ, ਉਦੋਂ ਕੀ ਕਮਾਈ ਸੀ ਤੇ ਅੱਜ ਕੀ ਕਮਾਈ ਰਹਿ ਗਈ ਬਾਈ ਜੀ? ਜੇ ਅੱਜ ਤੋਂ ਆਪਾਂ ਪਿੱਛੇ ਨੂੰ ਚੱਲ ਗਏ 10 ਕੁ ਸਾਲ, ਉਦੋਂ ਘੋੜਾ ਟਰਾਲਾ ਤਿਆਰ ਹੁੰਦਾ ਸੀ 20 ਤੋਂ 21 ਲੱਖ ਰੁਪਏ ਦੇ ਵਿੱਚ, ਵਿਆਜ ਪੈ ਕੇ ਉਹ 25-26 ਲੱਖ 'ਚ ਪੈ ਜਾਂਦਾ ਸੀ। ਅੱਜ ਜੇ ਨਵਾਂ ਘੋੜਾ ਟਰਾਲਾ ਆਪਾਂ ਲੈਨੇ ਆ, ਉਹ ਸੀ ਬਾਈ ਜੀ ਚੈਸੀ ਅੱਜ 30-32 ਲੱਖ ਰੁਪਏ ਦੀ ਟਰਾਲੀ ਵਿੱਚ ਪਾ ਕੇ ਉਹ 42 ਲੱਖ ਰੁਪਏ 'ਚ ਪੈਂਦਾ ਹੈ, ਤੇ ਉਸ ਨੂੰ 18 ਲੱਖ ਰੁਪਇਆ ਵਿਆਜ ਜੋੜ ਲਓ, 58 ਲੱਖ ਰੁਪਏ 'ਚ ਪੈਂਦਾ ਹੈ। ਤੁਸੀਂ ਦੇਖੋ 10 ਸਾਲਾਂ ਦੇ ਵਿੱਚ ਇਹਨਾਂ ਘੋੜਿਆਂ ਦੀ ਕੀਮਤ ਕਿੱਥੇ ਚਲੀ ਗਈ। ਤੇ ਜਿਹੜਾ ਸਾਡਾ ਰੇਟ ਹੈ, ਸਾਡਾ ਰੇਟ ਬਾਈ ਜੀ ਅੱਜ ਤੋਂ 10 ਸਾਲ ਜਿਹੜਾ ਰੇਟ ਸੀ ਨਾ 140 ਰੁਪਏ 110 ਰੁਪਏ ਮੁੰਦਰਾ ਕਾਂਡਲਾ, ਅੱਜ ਵੀ ਉਹੀ ਰੇਟ ਹੈ, ਉਹੀ ਰੇਟ ਆ। ਅਸੀਂ ਤਾਂ ਖਤਮ ਹੋ ਗਏ ਹਾਂ। ਇਸ ਕਰਕੇ ਸਾਡਾ ਜਿਹੜਾ ਧੰਦਾ ਚੌਪਟ ਹੋ ਗਿਆ। ਇਹ ਪਹਿਲਾਂ ਸਾਡੀ ਜਿਹੜੀ ਆਮਦਨ ਸੀ ਅੱਜ ਤੋਂ 10 ਸਾਲ ਪਹਿਲਾਂ, ਉਹ ਸਾਡੀ ਅੱਜ ਦੇ ਸਮੇਂ ਨਾਲੋਂ 3 ਗੁਣਾ ਜ਼ਿਆਦਾ ਸੀ। ਅੱਜ ਸਾਡੀ 1 ਗੁਣਾ ਰਹਿ ਗਈ ਤੇ ਅਸੀਂ ਤਾਂ ਖਤਮ ਹੋਣਾ ਹੀ ਹੋਣਾ। ਇਸ ਕਰਕੇ ਅਸੀਂ ਸਾਰੇ ਜਾਣੇ ਇਕੱਠ ਕਰਦੇ ਆਂ ਵੀ ਪਰਮਾਤਮਾ ਸਾਨੂੰ ਜੇ ਸਾਡਾ ਇਕੱਠ ਹੋ ਜਾਵੇ ਤੇ ਅਸੀਂ ਬਚ ਜਾਈਏ। ਸਾਡੀ ਸਮੱਸਿਆ ਕੀ ਹੈ? ਸਾਡੇ 'ਚ ਨਾ ਤਾਂ ਸਾਡਾ ਕੋਈ ਧਿਆਨ ਦਿੰਦੀ ਆ ਗੌਰਮੈਂਟ, ਨਾ ਮੌਕੇ ਦੀ ਸਰਕਾਰ, ਤੇ ਨਾ ਸਾਡਾ ਕੋਈ ਮਤਲਬ ਯੂਨੀਅਨ ਤਾਂ ਸਾਡੀਆਂ ਭੰਗ ਹੋਈ ਗਈਆਂ, ਤੇ ਸਾਡਾ ਕੋਈ ਇਕੱਠ ਵੀ ਨਹੀਂਗਾ, ਸਾਡਾ ਕੋਈ ਸੁਣਦਾ ਵੀ ਨਹੀਂਗਾ। ਦੇਖੋ ਤੁਸੀਂ ਰੋਡ ਦੇ ਵਿੱਚ ਤੁਰੇ ਜਾਂਦਿਆਂ ਹੋਇਆਂ, ਉਹ ਤੇ ਵਿਚਾਰੇ ਨੇ ਤਾਂ 3 ਦਿਨ ਦੀ ਰੋਟੀ ਨਹੀਂ ਖਾਧੀ ਹੁੰਦੀ। ਬਾਈ ਚਾਂਸ ਕੋਈ ਮਾੜੀ ਮੋਟੀ ਕਾਰ ਲੱਗ ਜਾਂਦੀ ਜਾਂ ਸਕੂਟਰ ਲੱਗ ਜਾਂਦਾ, ਉਹਨੂੰ ਸਾਰੇ ਜਾਣੇ ਕੁੱਟਣ ਪੈ ਜਾਂਦੇ ਵੀ ਤੇਰਾ ਨਸ਼ਾ ਖਾਧਾ ਹੋਊ। ਨਸ਼ਾ ਬਾਈ ਜੀ ਉਹ ਕਿੱਥੋਂ ਖਾ ਲੂਗਾ ਜਿਹਨੇ 3 ਦਿਨ ਦੀ ਰੋਟੀ ਨਹੀਂ ਖਾਧੀ? ਸਾਡੇ ਤਾਂ ਬੱਚੇ ਭੁੱਖੇ ਬੈਠੇ ਆ, ਸਾਡੇ ਦਾ ਬੱਚੇ, ਸਾਡੇ ਤਾਂ ਫੀਸਾਂ ਨਹੀਂ ਤੁੱਤੀਆਂ ਜਾਂਦੀਆਂ ਨੇ ਬੱਚਿਆਂ ਦੀਆਂ। ਸਾਡੇ ਦਾ ਬੱਚੇ ਵੀ ਦੇਖੋ ਸਾਡੇ ਪ੍ਰਾਈਵੇਟ ਸਕੂਲਾਂ 'ਚ ਛੱਡ ਕੇ ਸਰਕਾਰੀ ਸਕੂਲਾਂ 'ਚ ਪੜ੍ਹ ਰਹੇ ਆ। ਹਰ ਕਿਸੇ ਵੀ, ਮੈਂ 35 ਸਾਲ ਦਾ, ਮੇਰੇ ਪਿੱਛੇ ਦੇਖੋ ਮੈਂ ਕੀ ਬਣਾਇਆ। ਇਹ 45 ਸਾਲ ਦੇ ਪਿੱਛੇ ਨੂੰ ਦੱਸੋ ਕਿਸੇ ਬਣਾਇਆ, ਇਹ 45 ਸਾਲ ਦਾ ਇਹਨੂੰ ਦੱਸੋ ਕਿਸੇ ਨੇ ਕੀ ਬਣਾਇਆ। ਟਰਾਂਸਪੋਰਟ ਵਾਲੇ ਨੇ ਕਿਸੇ ਨੇ ਵੀ ਕੁਛ ਬਣਾਇਆ ਹੋਵੇ, ਮੈਂ ਦੇਣਦਾਰ ਹਾਂ ਵੀ ਕਿਸੇ ਨੇ ਵੀ ਕੁਛ ਬਣਾਇਆ ਹੋਵੇ। ਕੁੱਲ ਮਿਲਾ ਕੇ ਜਿਹੜਾ ਧੰਦਾ ਉਹ ਫਾਇਦਾ ਦੇਣ ਦੀ ਜਗ੍ਹਾ ਅੱਜ ਘਾਟੇ ਵੱਲ ਜਾ ਰਿਹਾ ਟਰਾਂਸਪੋਰਟ ਦਾ। ਕੀ ਮੰਗਾਂ, ਕੀ ਲੱਗਦਾ ਤੁਹਾਨੂੰ ਵੀ ਸਮੱਸਿਆ ਦਾ ਹੱਲ ਕੀ ਹੋ ਸਕਦਾ? ਅੱਜ ਕੀ ਜਿਹੜੀ ਤੁਸੀਂ ਇਕੱਠੇ ਹੋਏ ਆ, ਕੀ ਮਤੇ ਪਾਓਗੇ? ਕੋਈ ਸੋਚਿਆ ਵੀ ਆਹ ਚੀਜ਼ਾਂ ਕਰਨ ਦੇ ਨਾਲ ਸਾਡੇ ਮਸਲੇ ਹੱਲ ਹੋ ਜਾਣਗੇ? ਮੇਨ ਤਾਂ ਜੀ ਸਾਡਾ ਭਾੜਿਆਂ ਦਾ ਜੀ, ਵੀ ਸਾਡੇ ਜਿਹੜੇ ਰੇਟ ਆ ਉਹ ਜਾਂ ਤਾਂ ਸਰਕਾਰ ਵਿੱਚ ਇਨਵੋਲਵ ਹੋ ਕੇ ਜਾਂ ਵਪਾਰੀ ਆਪ ਇਹ ਚੀਜ਼ ਨੂੰ ਸੋਚਣ। ਸਾਡਾ ਕੋਈ ਵਪਾਰੀ ਨਾਲ ਵੀ ਲੜਾਈ ਨਹੀਂ, ਸਰਕਾਰ ਨਾਲ ਵੀ ਲੜਾਈ ਨਹੀਂ। ਵਪਾਰੀ ਨਾਲ ਅੱਜ ਜੋ ਅਸੀਂ ਰੇਟ ਮੰਗ ਰਹੇ ਆ, ਉਹ ਰੇਟ ਲੈ ਕੇ ਵੀ ਸਾਨੂੰ ਇੱਥੋਂ 1100 ਕਿਲੋਮੀਟਰ ਜਾ ਕੇ ਰੁਪਈਆ 5-7 ਹਜ਼ਾਰ ਹੀ ਬਚਣਾ ਜੀ, ਖਰਚੇ ਕੱਢ ਕੇ। ਅਸੀਂ ਸਿਰਫ ਆਪਦਾ ਖਰਚਾ ਹੀ ਮੰਗ ਰਹੇ, ਅਸੀਂ ਕੋਈ ਬਾਹਲਾ ਨਹੀਂ ਮੰਗ ਰਹੇ ਵੀ ਸਾਨੂੰ ਅਸੀਂ ਵਪਾਰੀ ਨੂੰ ਲੁੱਟ ਲੈਣਾ ਜਾਂ ਕੋਈ ਮਹਿੰਗਾਈ ਸਾਡੀ ਵਜ੍ਹਾ ਨਾਲ ਬਹੁਤ ਵਾਜੂ, ਇਹੋ ਜਿਹਾ ਕੁਛ ਨਹੀਂ। ਅਸੀਂ ਸਿਰਫ ਇੱਥੋਂ ਗੱਡੀ ਜਾਂਦੀ ਆ, ਅਸੀਂ ਜੋ ਭਾੜੇ ਤੈਅ ਕੀਤੇ ਉਹਦੇ 'ਚ 5 ਤੋਂ 10 ਹਜ਼ਾਰ ਰੁਪਈਆ ਗੱਡੀ ਵਾਲੇ ਦੇ ਪੱਲੇ ਪੈਣਾ ਜੀ। ਦੂਜਾ, ਡੀਜ਼ਲ ਦੀਆਂ ਕੀਮਤਾਂ 'ਤੇ ਲਗਾਮ ਲਾਉਣੀ ਚਾਹੀਦੀ ਹੈ ਜੀ। ਨਿੱਤ ਵਧੀ ਜਾਂਦੀਆਂ, ਉਹਦੇ ਅਨੁਸਾਰ ਤਾਂ ਨਿੱਤ ਭਾੜੇ ਵੀ ਨਹੀਂ ਆਪਾਂ ਕਹਿ ਸਕਦੇ, ਨਿੱਤ ਨਹੀਂ ਵੱਧ ਸਕਦੇ। ਇਹਨਾਂ ਚੀਜ਼ਾਂ ਤੇ ਲਗਾਮ ਲਾਉਣੀ ਚਾਹੀਦੀ ਹੈ। ਹਾਂਜੀ, ਸਭ ਤੋਂ ਮੇਨ ਵੀ ਸਰਕਾਰ ਇਨਵੋਲਵਮੈਂਟ ਕਰਕੇ ਜਾਂ ਵਪਾਰੀ ਇਹ ਗੱਲ ਸੋਚਣ ਕਿ ਜਿਹੜਾ ਭਾੜਾ ਹੁਣ ਵਧਾਇਆ ਜਾਵੇ। ਤਾਂ ਦੋਸਤੋ ਅਸੀਂ ਗੱਲਬਾਤ ਕੀਤੀ, ਤਾਂ ਗੱਲਬਾਤ ਦੇ ਵਿੱਚ ਜਿਸ ਤਰ੍ਹਾਂ ਵੀਰਾਂ ਨੇ ਦੱਸਿਆ ਕਿ ਜਿਹੜਾ ਟਰਾਂਸਪੋਰਟ ਦਾ ਜਿਹੜਾ ਕੰਮ ਹੈ ਕਿਸੇ ਟਾਈਮ ਬੜਾ ਲਾਹੇਵੰਦ ਦਾ ਸੀ। ਕੀ ਇਹ ਜ਼ਿਆਦਾ ਪਰੇਸ਼ਾਨੀ ਜਿਹੜੀ ਸ਼ੁਰੂ ਹੋਈ ਹੈ ਜੀ, ਇਹ ਜਿਵੇਂ ਨੋਟਬੰਦੀ ਤੋਂ ਬਾਅਦ 'ਚ, ਉਦੋਂ ਬਾਅਦ 'ਚ GST ਆ ਗਈ ਜੀ। ਸਰਕਾਰ ਨੇ ਕੋਈ ਇਹਨਾਂ ਚੀਜ਼ਾਂ ਦਾ ਧਿਆਨ ਹੀ ਨਹੀਂ ਰੱਖਿਆ ਵੀ ਜਿਹੜਾ ਛੋਟਾ ਵਪਾਰੀ ਆ, ਮਿਡਲ ਕਲਾਸ ਬੰਦਾ ਕੋਈ ਵੀ, ਉਹ ਵਿੱਚੋਂ ਵਿੱਚ ਦਲਿਆ ਗਿਆ। ਠੀਕ ਆ ਜੀ। ਉੱਤੇ ਦੀ ਉੱਤੇ ਕਾਨੂੰਨਾਂ ਨੇ ਇਹ ਚੀਜ਼ ਨੂੰ ਜਮਾਂ ਲੀਹੋਂ ਲਾਤਾ ਜੀ।
GST ਤੋਂ ਬਾਅਦ ਚ ਹਾਂ ਇੱਕ ਸਾਨੂੰ ਪਿੱਛੇ ਕੀ ਹੋਇਆ ਜੀ, ਅਸਲ ਤਾਂ ਅਸੀਂ ਕੋਈ ਪ੍ਰੋਟੈਸਟ ਕਰਨ ਤੋਂ ਡਰਦੇ ਕਿਉਂ ਆ? ਸਭ ਤੋਂ ਵੱਡੀ ਗੱਲ, ਅਸੀਂ ਪ੍ਰੋਟੈਸਟ ਕਰਨ ਤੋਂ ਵੀ ਡਰਦੇ ਆ। ਅਸੀਂ ਜਦੋਂ ਕੋਈ ਪ੍ਰੋਟੈਸਟ ਵਿੱਢਦੇ ਆ ਤਾਂ ਸਾਡੇ ਜਿਹੜੇ ਮੁੱਖ ਬੰਦੇ ਉੱਤੇ ਬੈਠੇ ਆ, ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਜਿਹੜੇ ਮੁੱਖ ਬੰਦੇ ਸਾਡੇ ਉੱਤੇ ਬੈਠੇ ਆ ਉਹ ਵਿਕ ਕੇ ਕੋਈ ਨਾ ਕੋਈ ਸਾਨੂੰ ਇਹੋ ਜਿਹਾ ਤੋਹਫਾ ਦੇ ਜਾਂਦੇ ਵੀ ਅਸੀਂ ਦੁਬਾਰਾ ਬੋਲਣ ਜੋਗੇ ਹੀ ਨਹੀਂ ਰਹਿੰਦੇ ਜੀ। ਜਿਵੇਂ ਪਿੱਛੇ ਪ੍ਰੋਟੈਸਟ ਹੋਇਆ, ਸਾਨੂੰ ਕੀ ਮਿਲਿਆ? ਸਿਰਫ 5 ਟਨ ਭਾਰ ਵਧਾਤਾ ਜੀ ਸਾਨੂੰ ਗੱਡੀਆਂ ਨੂੰ ਢੋਣ ਨੂੰ। ਅਸੀਂ ਪਹਿਲਾਂ 27-28 ਟਨ ਮਾਲ ਉਦੋਂ ਜ਼ਿਆਦਾ ਭਾੜੇ 'ਚ ਢੋਂਦੇ ਸੀ, ਜਿਹੜਾ ਅੱਜ ਅਸੀਂ 33-34 ਟਨ ਮਾਲ ਉਦੋਂ ਘੱਟ ਭਾੜੇ 'ਚ ਢੋ ਰਹੇ ਆ। ਹਾਂਜੀ, ਟਾਇਰਾਂ ਦੀਆਂ ਕੀਮਤਾਂ ਵਧੀਆਂ ਜੀ, ਸਾਡੇ ਭਾੜੇ ਤੇ ਕੋਈ ਅਸਰ ਨਹੀਂ ਪਿਆ। ਡੀਜ਼ਲ ਦੀਆਂ ਕੀਮਤਾਂ ਵਧੀਆਂ, ਕੋਈ ਅਸਰ ਨਹੀਂ ਪਿਆ। ਜਦੋਂ ਲੋਕਡਾਊਨ ਦੇ ਵਿੱਚ ਸਰਕਾਰ ਨੇ ਸਾਡੇ 15 ਦਿਨਾਂ ਵਾਸਤੇ ਟੋਲ ਟੈਕਸ ਮਾਫ ਕੀਤੇ, ਉਹਦੇ ਵਿੱਚ ਇਕੱਲੇ ਟੋਲ ਟੈਕਸ ਨਹੀਂ, ਸਾਰਾ ਕੁਛ ਹੀ ਬੰਦ ਹੋਇਆ ਸੀ। ਪਰ ਸਰਕਾਰ ਨੇ ਸਿਰਫ ਟੋਲ ਟੈਕਸ ਵਾਲਿਆਂ ਨੂੰ ਉਹ ਚੀਜ਼ ਦਾ ਫਾਇਦਾ ਦੇ ਕੇ ਟੋਲ ਟੈਕਸ ਜਦੋਂ ਦੁਬਾਰਾ ਚਾਲੂ ਹੋਏ ਤਾਂ ਉਹ ਜ਼ਿਆਦਾ ਵਧੇ ਰੇਟਾਂ ਚਾਲੂ ਹੋਏ ਆ ਜੀ। ਜਦੋਂ ਕਿ ਸਾਨੂੰ ਜਿਹੜਾ ਸਰਕਾਰ ਵੱਲੋਂ ਇੱਕ ਪੰਜੀ ਦੀ ਵੀ ਸਹਾਇਤਾ ਨਹੀਂ ਮਿਲੀ ਜੀ, ਉਹਦੇ ਵਿੱਚ ਅਸੀਂ ਪਰੇਸ਼ਾਨ ਹੀ ਹੋਏ ਆ ਉਹਦੇ ਵਿੱਚ। ਹਾਂਜੀ, ਤਾਂ ਇਹ ਗੱਲਬਾਤ ਇਹੀ ਨਿਕਲ ਕੇ ਆਉਂਦੀ ਹੈ ਕਿ ਜਿਹੜਾ ਟਰਾਂਸਪੋਰਟ ਹੈ ਉਹ ਕਿਸੇ ਟਾਈਮ ਬੜਾ ਲਾਹੇਵੰਦ ਹੁੰਦਾ ਸੀ, ਪਰ ਅੱਜ ਜਿਹੜੇ ਇਹਨਾਂ ਦਾ ਕਹਿਣਾ ਕਿ ਇੱਕ ਗੇੜੇ ਦੇ ਵਿੱਚ ਜੇਕਰ ਅਸੀਂ ਬਾਹਰਲੀਆਂ ਸਟੇਟਾਂ ਦੇ ਵਿੱਚ ਗੇੜਾ ਲਾਉਣਾ ਹੋਵੇ ਤਾਂ 15-15 20-20 ਹਜ਼ਾਰ ਰੁਪਇਆ ਪੱਲਿਓਂ ਪਾ ਕੇ ਗੇੜਾ ਲਾਉਣਾ ਪੈਂਦਾ। ਕਮਾਈ ਦੀ ਗੱਲ ਤਾਂ ਦੂਰ ਦੀ ਰਹਿ ਗਈ। ਉਹਨਾਂ ਇਹ ਵੀ ਦੱਸਿਆ ਕਿ ਟਰਾਂਸਪੋਰਟਰਾਂ ਦਾ ਸਭ ਕੁਝ ਗਹਿਣੇ ਹੈ, ਕਰਜ਼ਾ ਸਿਰ ਉੱਪਰ ਚੜਿਆ ਹੋਇਆ ਹੈ। ਸਰਕਾਰ ਤੇ ਜੇਕਰ ਵਪਾਰੀਆਂ ਦੀ ਗੱਲ ਕਰਨੀ ਹੋਵੇ ਤਾਂ ਉਹਨਾਂ ਦਾ ਇਹੀ ਕਹਿਣਾ ਹੈ ਕਿ ਸਾਡੇ ਬਾਰੇ ਸੋਚਣਾ ਚਾਹੀਦਾ, ਸਾਡੇ ਭਾੜੇ ਤੈਅ ਹੋਣੇ ਚਾਹੀਦੇ ਆ। ਜਿਹੜੇ ਜਿਵੇਂ ਡੀਜ਼ਲ ਦੀਆਂ ਕੀਮਤਾਂ, ਟਾਇਰਾਂ ਦੀਆਂ ਕੀਮਤਾਂ, ਹੋਰ ਸਮਾਨ ਦੀਆਂ ਕੀਮਤਾਂ ਵੱਧਦੀਆਂ, ਸਾਡਾ ਭਾੜਾ ਵੀ ਉਸ ਤਰੀਕੇ ਨਾਲ ਵਧਾਇਆ ਜਾਣਾ ਚਾਹੀਦਾ ਹੈ। ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਟਰਾਂਸਪੋਰਟ ਦਾ ਬਿਜ਼ਨਸ ਹੈ ਇਹ ਬੁਰੀ ਤਰ੍ਹਾਂ ਨਾਲ ਫੇਲ ਹੋਣ ਜਾ ਰਿਹਾ ਹੈ, ਫੇਲ ਹੋਣ ਦੇ ਕਿਨਾਰੇ ਹੈ ਤੇ ਬਿਲ ਹੋ ਜਾਵੇਗਾ ਆਉਣ ਵਾਲੇ ਸਮੇਂ 'ਚ। ਤਾਂ ਸਰਕਾਰ ਨੂੰ ਇਸ ਗੱਲ ਤੇ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਦੇਸ਼ ਦਾ ਹਰ ਵਰਗ ਇਸ ਵਕਤ ਦੁਖੀ ਹੈ। ਕਿਸੇ ਵੀ ਕਾਰੋਬਾਰੀ ਨੂੰ ਇਸ ਵਕਤ ਕਿਸੇ ਵੀ ਤਰ੍ਹਾਂ ਦਾ ਮੁਨਾਫਾ ਨਹੀਂ ਹੋ ਰਿਹਾ, ਹਰ ਕਾਰੋਬਾਰ ਘਾਟੇ ਦੇ ਵਿੱਚ ਜਾ ਰਿਹਾ। ਸੋ ਸਰਕਾਰ ਅੱਜ ਜਿਹੜੇ ਟਰੱਕ ਆਪਰੇਟਰ ਇੱਥੇ ਇਕੱਠੇ ਹੋਏ ਆ ਬਾਘਾ ਪੁਰਾਣਾ ਵਿਖੇ, ਇਹ ਜਿਹੜੇ ਆਪਣੇ ਮਤੇ ਪਾਉਣਗੇ, ਇਹ ਕਹਿੰਦੀ ਏਕਤਾ ਦੀ ਗੱਲ ਕਰ ਰਹੇ ਆ, ਤਾਂ ਉਹ ਵੇਖਣਾ ਹੋਵੇ ਕਿ ਹੁਣ ਇਹਨਾਂ ਦੇ ਜਿਹੜੀਆਂ ਅੱਜ ਮੰਗਾਂ ਉਹ ਤੇ ਸਰਕਾਰ ਕੋਈ ਫੈਸਲਾ ਲੈਂਦੀ ਹੈ ਜਾਂ ਬਾਕੀ ਦੀਆਂ ਤਰ੍ਹਾਂ ਛੱਡ ਕੇ ਚਲੀ ਜਾਂਦੀ ਹੈ। ਕੈਮਰਾ ਪਰਸਨ ਹਿਮਤਾਜ ਢਿੱਲੋਂ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕਵਾਈ TV, ਬਾਘਾ ਪੁਰਾਣਾ।